ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਮਾਈ ਵੀਜ਼ਾ ਅਪਡੇਟ ਦੇ ਸਾਡੇ ਅੱਜ ਦੇ ਖਾਸ ਸ਼ੋਅ ਦੇ ਵਿੱਚ। ਅੱਜ ਦੇ ਸ਼ੋਅ ਦੇ ਵਿੱਚ ਕੈਨੇਡਾ ਤੇ ਯੂਕੇ ਦੋਨੋਂ ਜਿਹੜੇ ਇਸ ਵੇਲੇ ਪ੍ਰੋਮੀਨੈਂਟ ਕੰਟਰੀਜ਼ ਨੇ, ਖਾਸ ਕਰਕੇ ਪੰਜਾਬ ਦੇ ਸਟੂਡੈਂਟਸ ਵਾਸਤੇ ਇਹਨਾਂ ਬਾਰੇ ਗੱਲ ਕਰਾਂਗੇ। तमाम ਪਹਿਲੂ ਡਿਸਕਸ ਕਰਾਂਗੇ, ਐਲੀਜੀਬਿਲਟੀ ਤੋਂ ਲੈ ਕੇ ਕਰੰਟ ਸਿਨਾਰੀਓ, ਉਸ ਤੋਂ ਇਲਾਵਾ ਸਪੈਸ਼ਲ ਆਫਰਸ ਜੇ ਕੋਈ ਚੱਲ ਰਹੀਆਂ ਨੇ, ਉਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਐਜ਼ ਅ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਦੋ ਕੰਟਰੀਜ਼ ਅੱਜ ਦੀ ਡੇਟ ਦੇ ਵਿੱਚ ਜੇ ਕਿਹਾ ਜਾਵੇ ਤਾਂ ਮੇਨ ਬਚੇ ਨੇ ਕੈਨੇਡਾ ਤੇ ਯੂਕੇ, ਕਿਉਂਕਿ ਪਹਿਲਾਂ ਕਿਤੇ ਨਾ ਕਿਤੇ 4 ਜਾਂ 5 ਕੰਟਰੀਜ਼ ਜ਼ਰੂਰ ਹੁੰਦੇ ਸੀ, ਆਪਸ਼ਨਸ ਹੁੰਦੀਆਂ ਸੀਗੀਆਂ ਐਲੀਟ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕੈਨੇਡਾ ਤੇ ਯੂਕੇ ਤੋਂ ਮਿਲਾ ਕੇ। ਬਟ ਹੁਣ ਸਿਰਫ ਇਹ ਦੋ ਹੀ ਕੰਟਰੀਜ਼ ਰਹੇ ਨੇ। ਤੁਹਾਨੂੰ ਕੀ ਲੱਗਦਾ ਆਪਸ਼ਨਾਂ ਘਟ ਗਈਆਂ ਨੇ? ਨਹੀਂ, ਆਪਸ਼ਨ ਆਪਾਂ ਇਦਾਂ ਨਹੀਂ ਕਹਿ ਸਕਦੇ। ਦੇਖੋ, ਪੈਂਡੈਮਿਕ ਦਾ ਅਸਰ ਹੈ, ਸੋ ਡੈਫੀਨੇਟਲੀ ਹਰ ਕੰਟਰੀ ਦੀ ਆਪਣੀ ਪਾਲਿਸੀ ਹੈ। ਸੋ ਪ੍ਰੈਜ਼ੈਂਟ ਪਾਲਿਸੀਜ਼ 'ਚ ਜੋ ਆਪਾਂ ਦੇਖਦੇ ਹਾਂ ਉਹਦੇ 'ਚ ਕੈਨੇਡਾ, ਯੂਕੇ ਔਰ US 3 ਆਪਸ਼ਨਸ ਹੈ ਅੱਛੀਆਂ ਵਾਲੀਆਂ, ਜਿਨ੍ਹਾਂ ਨੂੰ ਆਪਾਂ ਪ੍ਰੀਮੀਅਮ ਕਲਾਸ 'ਚ ਕਹਿ ਸਕਦੇ ਹਾਂ। ਆਸਟ੍ਰੇਲੀਆ, ਨਿਊਜ਼ੀਲੈਂਡ ਹਜੇ ਅਤਾ ਪਤਾ ਨਹੀਂ ਵਾਲੀ ਸਿਚੁਏਸ਼ਨ 'ਚ ਨੇ, ਜਿਨ੍ਹਾਂ ਦੇ ਬਾਰੇ ਹਜੇ ਕਦੋਂ ਖੁੱਲ੍ਹਣਗੇ, ਕਦੋਂ ਉਹਨਾਂ ਦੀਆਂ ਫਾਈਲਸ ਲੱਗਣੀਆਂ ਸ਼ੁਰੂ ਹੋਣਗੀਆਂ। ਆਸਟ੍ਰੇਲੀਆ ਦੀਆਂ ਫਾਈਲਸ ਲਗਾ ਸਕਦੇ ਹੋ, ਵੀਜ਼ਾ ਦੇ ਰਿਹਾ, ਬਟ ਟਰੈਵਲ ਨੂੰ ਲੈ ਕੇ ਕੋਈ ਵੀ ਸੈਂਟਰ ਗੌਰਮੈਂਟ ਦੀ ਓਫੀਸ਼ੀਅਲ ਸਟੇਟਮੈਂਟ ਨਹੀਂ ਹੈਗੀ ਹੈ। ਆਲਦੋ ਜਿਹੜੀਆਂ ਸਟੇਟ ਗੌਰਮੈਂਟਸ ਉਹ ਆਪਣੇ ਆਪਣੇ ਪਲਾਨਸ ਇਸ਼ੂ ਕਰਦੀਆਂ ਨੇ, ਪਰ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੀਆਂ ਨੇ, ਉਹਦੇ ਨਾਲ ਆਸਟ੍ਰੇਲੀਆ ਨਹੀਂ ਖੁੱਲ੍ਹ ਸਕਿਆ। ਬਟ ਹੁਣ ਵੈਕਸੀਨੇਸ਼ਨ ਤੋਂ ਬਾਅਦ ਉਮੀਦ ਹੈ ਸ਼ਾਇਦ ਆਉਣ ਵਾਲੇ ਦਿਨਾਂ 'ਚ ਫਰਕ ਦਿਖੇ, ਬਟ ਪ੍ਰੈਜ਼ੈਂਟਲੀ ਡੈਫੀਨੇਟਲੀ ਕੈਨੇਡਾ, ਯੂਕੇ ਔਰ US ਤੁਸੀਂ ਕੁਝ ਵੀ ਕਰ ਸਕਦੇ ਹੋ। ਕੈਨੇਡਾ ਨੰਬਰ 1 ਸੀਗਾ, ਅੱਜ ਵੀ ਨੰਬਰ 1 ਤੇ ਹੀ ਹੈ। ਕੈਨੇਡਾ ਜਾਣਾ ਹੋਵੇ ਤਾਂ ਕਿੰਨੇ ਕੁ ਪੈਸੇ ਚਾਹੀਦੇ ਆ? ਦੇਖੋ ਜੀ, ਕੈਨੇਡਾ ਨੰਬਰ 1 ਸੀਗਾ ਔਰ ਨੰਬਰ 1 ਰਹੂਗਾ ਹਜੇ ਲੰਬਾ ਸਮਾਂ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਔਰ ਕੈਨੇਡਾ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੈ ਜਾਣ ਦਾ। ਕਾਸਟਿੰਗ ਉਹਦੀ ਵੈਰੀ ਕਰਦੀ ਹੈ, ਸੋ ਘੱਟ ਫੀਸ 'ਤੇ ਵੀ ਕਾਲਜਿਸ ਆਪਾਂ ਨੂੰ ਮਿਲ ਜਾਂਦੇ ਆ। ਮੰਨ ਲਓ 10,000 12,000 ਫੀਸ ਤੋਂ ਕਾਲਜ ਸ਼ੁਰੂ ਹੋ ਜਾਂਦੇ ਆ, ਔਰ 15-16 ਤੱਕ ਕਾਲਜਿਸ ਦੀ ਫੀਸ ਆ, ਫਿਰ 18-19 ਤੱਕ ਯੂਨੀਵਰਸਿਟੀਜ਼ ਮਿਲ ਜਾਂਦੀਆਂ ਨੇ। ਸੋ ਅਲੱਗ-ਅਲੱਗ ਆਪਸ਼ਨਸ ਕੈਨੇਡਾ 'ਚ ਹੈਗੀਆਂ। ਇਹ ਬੜਾ ਫਾਇਦਾ ਹੈ ਕਿ ਹਰ ਤਰ੍ਹਾਂ ਦੇ ਬਜਟ ਵਾਲਾ ਜਿਹੜਾ ਸਟੂਡੈਂਟ ਹੈ ਉਹ ਕੈਨੇਡਾ 'ਚ ਫਿੱਟ ਹੋ ਸਕਦਾ ਹੈ। GIC ਕਰਨੀ ਪੈਂਦੀ ਹੈ, ਪਰ ਉਹ ਆਪਣਾ ਹੀ ਪੈਸਾ ਜਿਹੜਾ ਤੁਹਾਨੂੰ ਵਾਪਸ ਮਿਲ ਜਾਣਾ। ਸੋ ਅਗਰ ਤੁਸੀਂ ਕੈਨੇਡਾ ਲਈ ਐਲੀਜੀਬਲ ਹੋ, ਤੁਹਾਡਾ ਪ੍ਰੋਫਾਈਲ ਉਹਦੇ ਲਈ ਸੂਟੇਬਲ ਹੈ, ਤਾਂ ਡੈਫੀਨੇਟਲੀ ਉਹਨੂੰ ਮਿਸ ਨਹੀਂ ਕਰਨਾ ਚਾਹੀਦਾ। ਔਰ ਖਾਸ ਕਰਕੇ ਮੇ ਇਨਟੇਕ ਔਰ ਜਨਵਰੀ ਇਨਟੇਕ ਦੇ ਉੱਤੇ ਜ਼ਿਆਦਾ ਟਾਰਗੇਟ ਕਰਨਾ ਚਾਹੀਦਾ ਹੈ। ਐਲੀਜੀਬਿਲਟੀ 'ਚ ਜੇ ਇੰਗਲਿਸ਼ ਦੀ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਉਹ ਕੈਨੇਡਾ ਦੀ ਕਿਵੇਂ ਤੁਸੀਂ ਅਸੈਸ ਕਰਦੇ ਹੋ? ਦੇਖੋ, ਕੈਨੇਡਾ 'ਚ ਐਲੀਜੀਬਲ ਹੋਣਾ 2-3 ਚੀਜ਼ਾਂ ਬਹੁਤ ਜ਼ਰੂਰੀ ਹੈ। ਇੱਕ, ਤੁਹਾਡਾ IELTS ਜਾਂ PT ਦਾ ਸਕੋਰ, ਜਿਹੜਾ ਕਿ ਪ੍ਰੈਫਰੇਬਲੀ 6 ਈਚ ਦੇ ਇਕੁਅਲੈਂਟ ਹੋਵੇ, ਬਹੁਤ ਵਧੀਆ ਗੱਲ ਹੈ। ਕਿਸੇ ਇੱਕ 'ਚ ਘੱਟ ਜਾਏ ਤਾਂ ਚਲੋ ਠੀਕ ਹੈ, ਚੱਲ ਸਕਦਾ ਹੈ, ਡਿਪੈਂਡ ਹੈ ਤੁਹਾਡਾ ਬਾਕੀ ਦਾ ਪ੍ਰੋਫਾਈਲ ਕੀ ਕਹਿ ਰਿਹਾ। ਉਹਦੇ ਨਾਲ ਨਾਲ ਤੁਹਾਡਾ +2 ਦੇ ਵਿੱਚ ਇੰਪੋਰਟੈਂਟ ਆ ਹੁੰਦਾ ਕਿ ਈਚ ਸਬਜੈਕਟ ਦਾ ਵੀ ਰੋਲ ਪਲੇ ਹੁੰਦਾ। ਸੋ ਜਿਹੜੇ ਤੁਹਾਡੇ ਕੋਰ ਸਬਜੈਕਟ ਨੇ, ਲਾਈਕ ਨਾਨ ਮੈਡੀਕਲ ਲੈਂਦੇ ਹੋ ਤਾਂ ਫਿਜ਼ਿਕ, ਕੈਮਿਸਟਰੀ, ਮੈਥ ਜਾਂ ਬਾਇਓ ਫਿਜ਼ਿਕ, ਕੈਮਿਸਟਰੀ ਜਾਂ ਅਕਾਊਂਟਸ, ਇਕਨੋਮਿਕਸ ਐਂਡ ਬਿਜ਼ਨਸ, ਸੋ ਜਿਹੜੇ ਵੀ ਤੁਹਾਡੇ ਕੋਰ ਸਬਜੈਕਟ ਨੇ ਉਹਨਾਂ ਦਾ ਸਕੋਰ ਅੱਛਾ ਹੋਣਾ ਚਾਹੀਦਾ। ਕੋਸ਼ਿਸ਼ ਆ ਹੋਣੀ ਚਾਹੀਦੀ 55 ਤੋਂ 60 ਉਹ ਘੱਟੋ ਘੱਟ ਹੋਵੇ, ਜੇ ਆਪਾਂ ਇੱਕ ਪੋਜ਼ਿਟਿਵ ਰਿਸਪੌਂਸ ਦੇਖਣਾ ਚਾਹੁੰਦੇ ਹਾਂ ਬਿਨਾਂ ਮੁਸ਼ਕਿਲ ਤੋਂ। ਬਾਕੀ ਅਪ ਟੂ 50 ਤੱਕ ਕੋਈ ਖਾਸ ਮੁਸ਼ਕਿਲ ਨਹੀਂ ਆਉਂਦੀ, ਚੱਲ ਜਾਂਦਾ। ਓਵਰਆਲ ਪਰਸੈਂਟੇਜ ਵੀ 55-60 ਦੇ ਵਿੱਚ ਰਵੇ ਤਾਂ ਜ਼ਿਆਦਾ ਵਧੀਆ ਗੱਲ ਹੈ, ਅਦਰਵਾਈਜ਼ 50 ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਥੱਲੇ ਵਾਲਿਆਂ ਲਈ ਸਕਸੈਸ ਕੱਢਣੀ ਔਖੀ ਹੋਊਗੀ। ਸੋ IELTS ਐਂਡ ਅਕੈਡਮਿਕ ਗੈਪ ਜਿੰਨਾ ਘੱਟ ਹੋਊਗਾ ਉਹਨਾਂ ਤੁਹਾਡੇ ਲਈ ਜ਼ਿਆਦਾ ਸੇਫ ਹੈ। ਔਰ ਜੇ ਗੈਪ ਜ਼ਿਆਦਾ ਆ ਤਾਂ ਉਹਨੂੰ ਜਿੰਨੇ ਅੱਛੇ ਤਰੀਕੇ ਨਾਲ, ਜਿੰਨੇ ਅੱਛੇ ਕੰਸਲਟੈਂਟ ਨਾਲ, ਜਿੰਨੇ ਅੱਛੇ ਕੋਰਸ ਦੇ ਵਿੱਚ, ਜਿੰਨੇ ਅੱਛੇ ਕਾਲਜ ਦੇ ਵਿੱਚ ਅਪਲਾਈ ਕਰੋਗੇ, ਉਹਦੇ ਨਾਲ ਉਹਦੇ ਚਾਂਸਿਸ ਬਹੁਤ ਬਿਹਤਰ ਹੋ ਜਾਣਗੇ। ਕੋਰਸ ਸਿਲੈਕਸ਼ਨ ਕਿੰਨਾ ਕੁ ਇੰਪੋਰਟੈਂਟ ਹੁੰਦਾ ਜੀ ਜੇ ਸਟੂਡੈਂਟ ਨੇ ਬਹੁਤ ਜ਼ਿਆਦਾ ਅਕੈਡਮਿਕਲੀ ਸਟਰੋਂਗ ਨਾ ਹੋਵੇ? ਦੇਖੋ ਜੀ, ਕੈਨੇਡਾ ਦਾ ਜਿੰਨਾ ਵੀ ਵੀਜ਼ਾ ਆਉਂਦਾ ਹੈ ਦੀਪਕ ਜੀ, ਉਹ ਕਦੀ ਵੀ ਰਿਫਿਊਜ਼ ਹੁੰਦਾ ਹੈ, ਅਤੇ ਉਹ ਕੋਰਸ ਦੇ ਕਰਕੇ ਰਿਫਿਊਜ਼ ਹੋਣ ਦੇ ਉਹਦੇ ਚਾਂਸ 90% ਹੁੰਦੇ ਨੇ। ਜਾਂ ਤਾਂ ਉਹ ਕੋਰਸ ਸਹੀ ਨਹੀਂ ਚੁਣਿਆ ਹੁੰਦਾ, ਔਰ ਜਾਂ ਉਹਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਹੁੰਦਾ। ਸੋ ਕੋਰਸ ਸਿਲੈਕਸ਼ਨ, ਤੁਹਾਡੀ ਅਕੈਡਮਿਕ ਦੀ ਸਿਲੈਕਸ਼ਨ, ਅਕੈਡਮਿਕ ਦਾ ਬੈਕਗਰਾਊਂਡ, ਕਾਲਜ ਦੀ ਸਿਲੈਕਸ਼ਨ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਬਰੀਕੀ ਨਾਲ ਧਿਆਨ ਦੇਣ ਦੀ ਲੋੜ ਹੈ। ਜਸਟ ਕੋਈ ਐਡ ਦੇਖ ਕੇ ਕਿਸੇ ਨੂੰ ਫਾਈਲ ਫੜਾ ਦੇਣੀ ਜਾਂ ਸਸਤਾ ਏਜੰਟ ਲੱਭ ਕੇ ਫਾਈਲ ਫੜਾ ਦੇਣੀ, ਇਹਨਾਂ ਚੀਜ਼ਾਂ ਨਾਲ ਹੱਲ ਨਹੀਂ ਹੋ ਸਕਦਾ। ਸੋ ਕੈਨੇਡਾ ਦੇ ਵਿੱਚ ਅਗਰ ਆਪਾਂ ਫਾਈਲ ਲਗਾਉਣੀ ਹੈ ਤਾਂ ਇੱਕ ਰਾਈਟ ਕੋਰਸ, ਰਾਈਟ ਕਾਲਜ,
ਦਾ ਟਾਰਗੇਟ ਕਰਨਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਇਨਟੇਕ ਦੀ ਅਵੇਲੇਬਿਲਟੀ। ਸੋ ਇਨਟੇਕ ਵੀ ਇਕੱਲਾ ਅੱਖਾਂ ਬੰਦ ਕਰਕੇ ਨਹੀਂ ਚੁਣ ਸਕਦੇ ਕਿ ਆਪਾਂ ਨੂੰ ਆਹ ਚੰਗਾ ਕਾਲਜ ਸੀ, ਕੋਈ ਚੰਗਾ ਕੋਰਸ ਸੀ, ਨਹੀਂ ਉਹ ਨਹੀਂ ਮਿਲ ਰਿਹਾ, ਚਲੋ ਯਾਰ ਆਹ ਲੈ ਲਓ, ਬਟ ਫਾਈਲ ਜਨਵਰੀ ਦੀ ਲਾ ਦਿਓ। ਸੋ ਉਹ ਜਿਹੜੀ ਕਾਹਲੀ ਹੈ ਉਹ ਨਹੀਂ ਮਚਾਉਣੀ ਚਾਹੀਦੀ। ਆਪਣੇ ਪ੍ਰੋਫਾਈਲ ਦੇ ਅਕੋਰਡਿੰਗ ਕੀ ਸੂਟੇਬਲ ਹੈ, ਅਗਰ ਉਹਨੂੰ ਟਾਰਗੇਟ ਕਰਕੇ ਚੱਲੋਗੇ ਮੇਰੇ ਵੀਰ ਤਾਂ ਤੁਸੀਂ ਵੀਜ਼ਾ 100% ਲੈ ਸਕਦੇ ਹੋ। ਨਹੀਂ ਤਾਂ ਫਿਰ ਕੈਨੇਡਾ ਹੈ ਸੋ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦੇ ਦਿੰਦਾ, ਪਰ ਉਹ ਰਿਫਿਊਜ਼ਲ ਵਾਲਾ ਟੌਰਚਰ ਕਿਉਂ ਸਹਿਣਾ। ਔਰ ਜਿਹੜੀ ਬਾਅਦ 'ਚ ਕਰੈਕਸ਼ਨ ਕਰਨੀ ਹੈ ਉਹਨੂੰ ਅਗਰ ਆਪਾਂ ਪਹਿਲੇ ਸਟੈਪ 'ਤੇ ਕਰਕੇ ਚੱਲਾਂਗੇ ਤਾਂ ਆਪਾਂ ਸਿੱਧਾ ਵੀਜ਼ਾ ਲਵਾਂਗੇ। ਪੈਂਡੈਮਿਕ ਤੋਂ ਪਹਿਲਾਂ ਵਾਲੀ ਜੇ ਸਿਚੁਏਸ਼ਨ ਦੀ ਗੱਲ ਕਰੀਏ ਤੇ ਪ੍ਰੈਜ਼ੈਂਟ ਸਿਚੁਏਸ਼ਨ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਖਤੀ ਹੋ ਗਈ ਆ ਹੁਣ? ਜੇ ਗੱਲ ਕਰੀਏ ਕੋਰਸ ਸਿਲੈਕਸ਼ਨ ਦੀਆਂ ਗੱਲਾਂ ਹੋਣ ਲੱਗ ਗਈਆਂ, ਪ੍ਰੋਗਰੈਸ਼ਨ ਚਾਹੀਦੀ ਹੈ ਬਿਲਕੁਲ ਐਗਜ਼ੈਕਟਲੀ, ਸਟੂਡੈਂਟ ਦਾ ਅਕੈਡਮਿਕ ਬਹੁਤ ਥੋਰੋਲੀ ਦੇਖਿਆ ਜਾਣ ਲੱਗ ਗਿਆ, ਜਾਂ ਆਇਲਸ ਦੇ ਬੈਂਡ ਤੇ ਜ਼ਿਆਦਾ ਧਿਆਨ ਦਿੱਤਾ ਜਾਣ ਲੱਗ ਗਿਆ? ਦੇਖੋ ਇਹ ਚੀਜ਼ਾਂ ਪਹਿਲਾਂ ਵੀ ਕੈਨੇਡਾ 'ਚ ਸੀਗੀਆਂ, ਆਪਾਂ ਨਹੀਂ ਕਹਿ ਸਕਦੇ ਕਿ ਪਹਿਲਾਂ ਕੋਈ ਕੈਨੇਡਾ ਇਹਨੂੰ ਇਗਨੋਰ ਕਰ ਦਿੰਦਾ ਸੀ, ਬਟ ਹਾਂ ਪੈਂਡੈਮਿਕ ਦੇ ਵਿੱਚ ਫਾਈਲਾਂ ਇਕੱਠੀਆਂ ਹੋ ਗਈਆਂ, ਬੈਕਲੌਗਸ ਇਕੱਠੇ ਹੋ ਗਏ। ਸੋ ਉਹਦੇ ਵਿੱਚ ਕਈ ਵਾਰੀ ਇੱਦਾਂ ਦਾ ਸਿਨਾਰੀਓ ਬਣਿਆ ਜਿਹਦੇ 'ਚ ਆਪਾਂ ਲਗਾਤਾਰ ਵੀਜ਼ੇ ਦੇਖੇ, ਫਿਰ ਕਈ ਵਾਰ ਲਗਾਤਾਰ ਰਿਫਿਊਜ਼ਲ ਦੇਖੇ। ਸੋ ਕਿਉਂਕਿ ਫਾਈਲਾਂ ਇਕੱਠੀਆਂ ਡਿਸਾਈਡ ਜੀਆਂ ਹੋ ਕੇ ਪਈਆਂ ਰਹੀਆਂ, ਫਿਰ ਇਕੱਠੇ ਰਿਜ਼ਲਟ ਆਊਟ ਹੋਏ। ਸੋ ਇੱਦਾਂ ਦਾ ਕਈ ਵਾਰ ਸੀਨ ਹੋਇਆ, ਉਹਦੇ 'ਚ ਕਈ ਵਾਰੀ ਖੁੱਲ੍ਹਿਆ, ਕਈ ਵਾਰੀ ਬੰਦ ਹੋਇਆ, ਕਈ ਵਾਰੀ ਸਪੀਡ ਘਟੀ, ਕਈ ਵਾਰੀ ਵਧੀ। ਸੋ ਕੈਨੇਡਾ ਦੇ ਵਿੱਚ ਇੱਕ ਚੀਜ਼ ਇੰਪੋਰਟੈਂਟ ਹੈ ਕਿ ਆਪਣੇ ਪ੍ਰੋਫਾਈਲ ਦੇ ਉੱਤੇ ਅੱਜ ਦੀ ਡੇਟ ਦੇ ਹਿਸਾਬ ਨਾਲ ਜਿਹੜੇ ਤਰੀਕੇ ਨਾਲ ਅੱਜ IRCC ਰਿਸਪੌਂਡ ਕਰ ਰਹੀ ਹੈ ਬੱਚਿਆਂ ਨੂੰ, ਜਿਹੜੇ ਤਰੀਕੇ ਨਾਲ ਉਹ ਹੁਣ ਡਿਸੀਜਨਸ ਦੇ ਰਹੀ ਹੈ, ਉਹਦੇ 'ਚ ਕਿਤੇ ਨਾ ਕਿਤੇ ਇਹ ਚੀਜ਼ ਸਾਫ਼ ਦਿਖ ਰਹੀ ਹੈ ਕਿ ਕੈਨੇਡਾ ਅਕੈਡਮਿਕਸ ਨੂੰ ਲੈ ਕੇ ਕੰਪਰੋਮਾਈਜ਼ ਨਹੀਂ ਕਰ ਰਿਹਾ, ਕੈਨੇਡਾ ਆਇਲਸ ਨੂੰ ਲੈ ਕੇ ਕੰਪਰੋਮਾਈਜ਼ ਨਹੀਂ ਕਰ ਰਿਹਾ। ਸੋ ਇੱਕ 'ਚ 5.5 ਅੱਜ ਵੀ ਅਸੈਪਟ ਕਰਦਾ, ਵੀਜ਼ਾ ਦਿੰਦਾ, ਬਟ ਉਹਦੇ ਅਗੇਂਸਟ ਤੁਸੀਂ ਕਿੱਦਾਂ ਦੇ ਕੋਰਸਿਸ ਜਾ ਰਹੇ ਹੋ ਦੇਖਦਾ। ਸੋ ਜੇ ਤੁਸੀਂ ਹੈਲਥ ਕੇਅਰ ਵਾਲੇ ਕੋਰਸਿਸ ਜਾ ਰਹੇ ਹੋ, ਮੈਡੀਕਲ ਸਟੂਡੈਂਟ ਹੋ, ਤਾਂ 6E 'ਚ ਜ਼ਰੂਰੀ ਹੈ, ਇੱਕ 'ਚ 5.5 'ਚ ਵੀਜ਼ਾ ਨਹੀਂ ਆਊਗਾ, ਫਾਈਲ ਲੱਗੂਗੀ। ਸੋ ਜ਼ਿਆਦਾਤਰ ਬੱਚਿਆਂ ਨੂੰ ਆਹ ਕਨਫਿਊਜ਼ਨ ਹੋ ਜਾਂਦੀ ਹੈ, ਸਰ ਤੁਸੀਂ ਮਨਾ ਕਰ ਰਹੇ ਹੋ ਪਰ ਕਾਲਜ ਤਾਂ ਫਲਾਣਾ ਕਾਲਜ ਹੈ, ਮੈਨੂੰ ਏਜੰਟ ਨੇ ਕਿਹਾ ਸੀ ਐਡਮਿਸ਼ਨ ਹੋ ਜੂ। ਐਡਮਿਸ਼ਨ ਦੀ ਕੋਈ ਚਿੰਤਾ ਨਹੀਂ ਹੈ ਕੈਨੇਡਾ 'ਚ, ਤੁਸੀਂ ਵਿਦਆਊਟ ਆਇਲਸ ਆ ਜਾਓ, ਮੇਰੇ ਕੋਲ ਐਡਮਿਸ਼ਨ ਵੀ ਲਵੋ, ਫਾਈਲ ਵੀ ਲਵਾਓ, ਪਰ ਉਹ ਫਾਈਲ ਦਾ ਕਰੋਗੇ ਕੀ? ਸੋ ਜਿੰਨਾ ਚਿਰ ਆਪਣੀ ਫਾਈਲ ਤੇ ਆਪਣਾ ਪ੍ਰੋਫਾਈਲ ਦੋਨੋਂ IRCC ਦੇ ਸਟੈਂਡਰਡਸ ਤੇ ਖਰੇ ਨਹੀਂ ਉਤਰਦੇ, ਉਹਨਾਂ ਚਿਰ ਆਪਾਂ ਵੀਜ਼ਾ ਨਹੀਂ ਲੈ ਸਕਦੇ। ਸੋ ਇਟਸ ਇੰਪੋਰਟੈਂਟ ਕਿ ਆ ਨਹੀਂ ਹੈ ਕਿ ਕੋਰਸ 2 'ਚ 5.5 ਤਾਂ ਵੀ ਮਿਲਣਗੇ, ਤੁਸੀਂ ਵਿਦਆਊਟ ਆਈਲੈਟਸ ਹੋ ਤਾਂ ਵੀ ਮਿਲਣਗੇ। ਬਹੁਤ ਸਾਰੇ ਕਾਲਜ ਨੇ ਜਿਹੜੇ ਤੁਹਾਨੂੰ ਐਡਮਿਸ਼ਨਾਂ ਦੇਣਗੇ, ਕੋਰਸ ਰੈਲੇਵੈਂਟ ਵੀ ਮਿਲ ਜਾਣਗੇ। ਅੱਧੇ ਜ਼ਿਆਦਾ ਬੱਚਿਆਂ ਨਾਲ ਰੈਲੇਵੈਂਟ ਕੋਰਸ ਕੀ ਹੁੰਦਾ ਹੈ? ਹੈਲਥ ਸਾਇੰਸ ਦਾ ਕੋਰਸ, ਬਿਜ਼ਨਸ ਦਾ ਕੋਰਸ ਤੇ ਕੰਪਿਊਟਰ ਦਾ ਕੋਰਸ। 3 ਕੋਰਸਾਂ 'ਚ ਤਾਂ ਪੰਜਾਬੀ ਬੱਚਾ ਖਤਮ ਹੋ ਜਾਂਦਾ। ਸੋ ਇਹ ਕੋਰਸ ਕਿਸੇ ਵੀ ਕਾਲਜ 'ਚ ਮਿਲਣੇ ਕੋਈ ਬਹੁਤ ਵੱਡੀ ਗੱਲ ਨਹੀਂ ਗੀ, ਔਰ ਉਹ 2 'ਚ 5.5 ਨਾਲ ਮਿਲਣੇ ਵੀ ਕੋਈ ਬਹੁਤ ਵੱਡੀ ਗੱਲ ਨਹੀਂ, ਤੇ ਵਿਦਆਊਟ ਆਇਲਸ ਵੀ ਮਿਲਣੇ ਕੋਈ ਵੱਡੀ ਗੱਲ ਨਹੀਂ। ਬਟ ਇਹਨਾਂ ਚੀਜ਼ਾਂ ਨਾਲ ਵੀਜ਼ਾ ਨਹੀਂ ਆਉਣਾ। ਸੋ ਵੀਜ਼ਾ ਜੇ ਲੈਣਾ ਹੈ ਤੇ ਆਪਾਂ ਨੂੰ IRCC ਦੇ ਜਿਹੜੇ ਸਟੈਂਡਰਡ ਸੈੱਟ ਨੇ, ਆਪਾਂ ਨੂੰ ਉਹਨਾਂ ਤੇ ਫੋਕਸ ਕਰਕੇ ਚੱਲਣਾ ਪਊਗਾ ਜੀ। ਹੁਣ ਗੱਲ ਕਰ ਲੈਂਦੇ ਹਾਂ ਪ੍ਰੈਜ਼ੈਂਟਲੀ ਜਿਹੜਾ ਇਨਟੇਕ ਅਵੇਲੇਬਲ ਹੈ ਜਨਵਰੀ ਇਨਟੇਕ ਦੀ। ਜਨਵਰੀ ਇਨਟੇਕ ਦਾ ਕੀ ਸਿਨਾਰੀਓ ਹੈ? ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਬਾਰੇ ਕਿ ਸੀਟਾਂ ਬਹੁਤ ਘੱਟ ਰਹਿ ਗਈਆਂ ਨੇ, ਚੁਆਇਸ ਅਵੇਲੇਬਿਲਟੀ 'ਚ ਵੀ ਕਮੀ ਆ ਗਈ ਹੈ। ਐਗਜ਼ੈਕਟਲੀ ਸਿਨਾਰੀਓ ਕੀ ਹੈ? ਦੇਖੋ ਜਨਵਰੀ ਇਨਟੇਕ ਅਗਰ ਅੱਜ ਜਿਹੜਾ ਬੱਚਾ ਟਾਰਗੇਟ ਕਰ ਰਿਹਾ, ਜਿਹੜਾ ਵੀ ਫਾਈਲ ਲਾ ਰਿਹਾ, ਉਹਨੂੰ ਮੇਰੀ ਇੱਕ ਸਲਾਹ ਪਹਿਲਾਂ ਹੈਗੀ ਆ ਕਿ ਤੁਸੀਂ ਜਿਹੜਾ ਵੀ ਜਨਵਰੀ ਦਾ ਕੋਰਸ ਲੈ ਰਹੇ ਹੋ, ਜਿਹੜੇ ਵੀ ਕਾਲਜ 'ਚ ਲੈ ਰਹੇ ਹੋ, ਇੰਨਾ ਮੇਕ ਸ਼ੋਰ ਕਰ ਲਓ ਕਿ ਉਹਦਾ ਮਈ ਦਾ ਐਕਸਟੈਂਸ਼ਨ ਹੋਵੇ। ਜਨਵਰੀ ਦੇ ਸਾਰੇ ਰਿਜ਼ਲਟ ਲੇਟ ਨਹੀਂ ਹੋਣਗੇ, ਬਟ ਕਿਤੇ ਨਾ ਕਿਤੇ ਸੰਭਾਵਨਾ ਲੇਟ ਹੋਣ ਦੀ ਹੋ ਸਕਦੀ ਹੈ, ਔਰ ਖਾਸ ਕਰਕੇ ਉਹਨਾਂ ਬੱਚਿਆਂ ਦੀ ਜਿਹੜੇ ਹੁਣ ਫਾਈਲਾਂ ਲਾਉਣ ਜਾ ਰਹੇ ਨੇ, ਜਾਂ ਜਿਹੜੇ ਹੋਰ ਅਗਲੇ 20 ਦਿਨਾਂ ਨੂੰ ਫਾਈਲ ਲਾਉਣਗੇ, ਇਸ ਮਹੀਨੇ ਦੇ ਐਂਡ 'ਚ ਲਾਉਣਗੇ, ਉਹ ਕਿਤੇ ਨਾ ਕਿਤੇ ਜ਼ਰੂਰੀ ਨਹੀਂਗਾ ਕਿ ਜਨਵਰੀ ਦਾ ਰਿਜ਼ਲਟ ਟਾਈਮ ਸਿਰ ਲੈ ਸਕਣ। ਸੋ ਉਹ ਆਹ ਮੇਕ ਸ਼ੋਰ ਕਰ ਲੈਣ ਕਿ ਜਿਹੜੇ ਵੀ ਕੋਰਸ 'ਚੋਂ ਪ੍ਰੋਸੀਡ ਕਰ ਰਹੇ ਆ, ਉਹ ਕੋਰਸ ਦੀ ਐਕਸਟੈਂਸ਼ਨ ਮਈ ਇਨਟੇਕ 'ਚ ਹੈਗੀ ਹੈ। ਜੇ ਉਹਦੀ ਮਈ 'ਚ ਐਕਸਟੈਂਸ਼ਨ ਨਾ ਹੋਈ, ਇਨ ਕੇਸ ਖੁਦਾ ਨਾ ਖਾਸਤਾ, ਤਾਂ ਤੁਹਾਨੂੰ ਅਗਲੀ ਐਕਸਟੈਂਸ਼ਨ ਅਗਲੇ ਸਾਲ ਸਤੰਬਰ ਦੀ ਮਿਲਣੀ ਹੈ। ਸੋ ਚਾਹੇ ਤੁਹਾਡਾ ਰਿਜ਼ਲਟ ਵੀ ਆ ਜਾਏ, ਪਰ ਤੁਸੀਂ ਸਤੰਬਰ ਤੱਕ, ਅਗਸਤ ਤੱਕ ਫਲਾਈ ਨਹੀਂ ਕਰ ਸਕੋਗੇ। ਸੋ ਕੋਰਸ ਸਿਲੈਕਸ਼ਨ ਕਰਨ ਲੱਗੇ ਇਸ ਚੀਜ਼ ਦਾ ਵੀ ਆਪਾਂ ਧਿਆਨ ਦੇਣਾ, ਇਕੱਲਾ ਬਲਾਈਂਡਲੀ ਸਿਲੈਕਟ ਨਹੀਂ ਕਰਨਾ, ਕਿਉਂਕਿ ਮਈ ਦੇ ਵਿੱਚ ਜਿਹੜੀਆਂ ਆਪਸ਼ਨਸ ਨੇ ਉਹ ਤਕਰੀਬਨ 25-30% ਰਹਿ ਜਾਂਦੀਆਂ ਜਨਵਰੀ ਦੇ ਮੁਕਾਬਲੇ, ਬਹੁਤ ਘੱਟ ਆਪਸ਼ਨ ਹੁੰਦੀਆਂ ਨੇ। ਤੇ ਇਹਦਾ ਮਤਲਬ ਕੀ ਹੈ ਕਿ ਜਿੰਨੇ ਕੋਰਸ ਜਨਵਰੀ 'ਚ ਓਪਨ ਹੈ, ਉਹਨਾਂ 'ਚੋਂ ਕਈ ਇੱਦਾਂ ਦੇ ਕੋਰਸ ਹੋਣਗੇ ਜਿਹੜੇ ਮਈ 'ਚ ਓਪਨ ਨਹੀਂ ਹੋਣਗੇ, ਔਰ ਉਹਨਾਂ ਬੱਚਿਆਂ ਨੂੰ ਜੇ ਐਕਸਟੈਂਸ਼ਨ ਦੀ ਲੋੜ ਪੈ ਗਈ ਤਾਂ ਉਹਨਾਂ ਨੂੰ ਫਿਰ ਸਿਰਫ ਸਤੰਬਰ ਇਨਟੇਕ ਦੀ ਐਕਸਟੈਂਸ਼ਨ ਮਿਲੂਗੀ।
ਸੋ ਜਨਵਰੀ ਵਾਲਿਆਂ ਨੇ ਜੇ ਅਪਲਾਈ ਕਰਨਾ ਹੋਵੇ ਤਾਂ ਕਿੰਨਾ ਕੁ ਸਮਾਂ ਬਚਦਾ ਉਹਨਾਂ ਕੋਲ? ਦੇਖੋ ਆਈ ਥਿੰਕ ਜਿਹੜਾ ਬੱਚਾ ਹੁਣ ਆਪਣੀ ਫਾਈਲ ਰੈਡੀ ਕਰ ਰਿਹਾ ਲੌਂਚ ਕਰਨ ਲਈ, ਉਹ ਕਿਤੇ ਨਾ ਕਿਤੇ ਆਪਣਾ ਵੀਜ਼ਾ ਟਾਈਮ ਨਾਲ ਐਕਸਪੈਕਟ ਕਰ ਸਕਦਾ ਹੈ, ਬਟ ਬੈਕਅਪ ਉਹ ਇਹਨੂੰ ਸੋਚ ਕੇ ਚੱਲੇ ਤਾਂ ਜ਼ਿਆਦਾ ਵਧੀਆ ਰਹੂਗਾ। ਬਟ ਜਿੰਨੇ ਹਜੇ ਮਹੀਨੇ ਦੇ ਐਂਡ ਤੱਕ, ਅਕਤੂਬਰ ਐਂਡ ਤੱਕ ਫਾਈਲ ਜਮ੍ਹਾਂ ਕਰਾਉਣੀ ਹੈ, ਉਹ ਜ਼ਰੂਰ ਮੇਕ ਸ਼ੋਰ ਕਰ ਲੇ ਕਿ ਉਹਦੇ ਕੋਰਸ ਦੀ ਐਕਸਟੈਂਸ਼ਨ ਮਈ ਇਨਟੇਕ 'ਚ ਹੈਗੀ ਹੈ, ਜਾਂ ਫਿਰ ਸਿੱਧਾ ਮਈ ਇਨਟੇਕ ਦਾ ਹੀ ਅਪਲਾਈ ਕਰ ਲੇ ਤਾਂ ਬਿਲਕੁਲ ਸੇਫ ਰਹੂਗਾ। ਸੋ ਅਮਰਜੀਤ ਜੀ, ਹੁਣ ਮੈਂ ਚਾਹੂੰਗਾ ਕਿ ਜਿਹੜੇ ਸਟੂਡੈਂਟ ਯੂਕੇ ਜਾਣਾ ਚਾਹੁੰਦੇ ਨੇ ਉਹਨਾਂ ਬਾਰੇ ਵੀ ਗੱਲ ਕਰ ਲਈ। ਤੋ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਯੂਕੇ ਦਾ ਪ੍ਰੈਜ਼ੈਂਟ ਟ੍ਰੈਂਡ ਕੀ ਚੱਲ ਰਿਹਾ ਉਹ ਜ਼ਰੂਰ ਦੱਸੋ। ਦੇਖੋ ਯੂਕੇ ਦਾ ਟ੍ਰੈਂਡ ਮੈਨੂੰ ਨਹੀਂ ਆਈ ਥਿੰਕ ਦੱਸਣ ਦੀ ਲੋੜ ਹੈ। ਤੁਸੀਂ ਫੇਸਬੁੱਕ ਖੋਲੋ, ਇੰਸਟਾਗ੍ਰਾਮ ਖੋਲੋ, ਯੂਟਿਊਬਸ ਖੋਲੋ, ਯੂ ਕੈਨ ਗੈਟ ਅ ਲੋਟ ਆਫ ਕੰਟੈਂਟ ਆਊਟ ਦੇਅਰ ਕਿ ਵੀਜ਼ਾ ਸਕਸੈਸ ਰੇਟ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ। ਸੋ ਡੈਫੀਨੇਟਲੀ ਆ ਜਿਹੜਾ ਸਮਾਂ ਆ, ਅਪਰਚੁਨਿਟੀ ਹੈ, ਇੱਕ ਟਾਈਮ ਹੁੰਦਾ ਹੈ ਜਦੋਂ ਐਮਬੈਸੀ ਇੱਕ ਰਿਦਮ 'ਚ ਚੱਲ ਰਹੀ ਹੁੰਦੀ ਹੈ, ਇੱਕ ਟ੍ਰੈਂਡ 'ਚ ਚੱਲ ਰਹੀ ਹੁੰਦੀ ਹੈ। ਸੋ ਉਹਦਾ ਬੈਨੀਫਿਟ ਲੈਣਾ ਚਾਹੀਦਾ। ਇਹੀ ਰੂਲਸ ਨੇ ਪਿਛਲੇ ਸਾਲ ਜਨਵਰੀ 'ਚ ਵੀ ਸੀਗੇ, ਜਦੋਂ ਬੱਚਿਆਂ ਦੀਆਂ ਬਹੁਤ ਸਾਰੀਆਂ ਇੰਟਰਵਿਊ ਹੋਈਆਂ ਔਰ ਕਈ ਬੱਚੇ ਡਿਕਲਾਈਨ ਹੋਏ, ਔਰ ਇਹੀ ਰੂਲ ਅੱਜ ਵੀ ਅਪਲਾਈ ਨੇ, ਪਰ ਸਤੰਬਰ 'ਚ ਸਿਰਫ ਵੀਜ਼ੇ ਹੀ ਆਏ ਨੇ ਔਰ ਜਨਵਰੀ 'ਚ ਵੀ ਵੀਜ਼ੇ ਹੀ ਆਉਣ ਦੀ ਉਮੀਦ ਹੈ। ਸੋ ਆਹ ਜਿਹੜਾ ਸਮਾਂ ਆ, ਇਹਨੂੰ ਜਿੰਨਾ ਜ਼ਿਆਦਾ ਵੈਲਿਊ ਕਰਾਂਗੇ ਉਨਾ ਜ਼ਿਆਦਾ ਸਕਸੈਸ ਰੇਟ ਆਪਾਂ ਐਕਸਪੈਕਟ ਕਰ ਸਕਾਂਗੇ। ਸੋ ਅਮਰਜੀਤ ਜੀ, ਕੈਨੇਡਾ ਤੋਂ ਰੀਸੈਂਟਲੀ ਵੀ ਬਹੁਤ ਸਾਰੇ ਸਟੂਡੈਂਟ ਰਿਫਿਊਜ਼ ਹੋਏ ਤੇ ਕਈ ਪਹਿਲੇ ਵੀ ਰਿਫਿਊਜ਼ਲ ਨੇ। ਸੋ ਕੈਨੇਡਾ ਦੇ ਜਿਹੜੇ ਰਿਫਿਊਜ਼ਡ ਸਟੂਡੈਂਟ ਨੇ, ਕਿਹੜੇ ਰਿਫਿਊਜ਼ਡ ਸਟੂਡੈਂਟ ਨੇ ਜਿਨ੍ਹਾਂ ਨੂੰ ਤੁਸੀਂ ਸੁਜੈਸਟ ਕਰੋਗੇ ਕਿ ਹੁਣ ਉਹਨਾਂ ਵਾਸਤੇ ਇਨਫ ਇਜ਼ ਇਨਫ, ਉਹਨਾਂ ਨੂੰ ਹੁਣ ਯੂਕੇ ਅਪਲਾਈ ਕਰਨਾ ਚਾਹੀਦਾ? ਦੇਖੋ ਕੈਨੇਡਾ ਦੇ ਵਿੱਚ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ, ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਹੁੰਦਾ ਹੈ। ਸੋ ਮੈਂ ਆ ਨਹੀਂ ਕਹੂੰਗਾ ਕਿ ਹਰ ਕੈਨੇਡਾ ਰਿਫਿਊਜ਼ਲ ਬੱਚਾ ਯੂਕੇ ਅਪਲਾਈ ਕਰੇ। ਸੋ ਇਟ ਅਗੇਨ ਮੈਟਰ ਆਫ ਪ੍ਰੋਫਾਈਲ ਕਿ ਤੁਹਾਡਾ ਪ੍ਰੋਫਾਈਲ ਕਿੱਦਾਂ ਦਾ ਹੈ। ਬਟ ਹਾਂ, ਜਿਹੜੇ ਬੱਚੇ ਜਾਣ ਬੁੱਝ ਕੇ ਟਰਾਈਆਂ ਮਾਰਨ ਤੇ ਲੱਗੇ ਸੀਗੇ, ਕਿਹੜੇ ਬੱਚੇ ਸੀਗੇ ਜਿਨ੍ਹਾਂ ਦੇ 2 'ਚ 5.5 ਹੈ, 3 'ਚ 5.5 ਹੈ, ਜਾਂ ਪੀਟੀ ਦਾ ਸਕੋਰ ਘੱਟ ਹੈ, ਜਾਂ ਉਹਨਾਂ ਦੇ +2 ਦੇ ਸਕੋਰ ਹੀ ਬੜੇ ਘੱਟ ਨੇ, ਕਈ ਪਰ ਸਬਜੈਕਟਾਂ ਦੇ ਵਿੱਚ 50 ਤੋਂ ਵੀ ਘੱਟ ਦੇ ਸਕੋਰ ਨੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੈਨੇਡਾ ਦਾ ਹੁਣ ਪਿੱਛਾ ਛੱਡ ਦੇਣਾ ਚਾਹੀਦਾ। ਉਹਨਾਂ ਨੂੰ ਸ਼ਾਇਦ ਯੂਕੇ ਰਾਈਟ ਅਪਰਚੁਨਿਟੀ ਦੇ ਸਕਦੀ ਹੈ, ਔਰ ਕੱਲ੍ਹ ਨੂੰ ਯੂਕੇ 6 ਸਟ੍ਰਿਕਟ ਹੋ ਗਿਆ ਜਿਹੜੇ ਹਿਸਾਬ ਨਾਲ ਉਹਦੇ 'ਚ ਬੱਚੇ ਚੱਲ ਰਹੇ ਨੇ, ਤਾਂ ਫਿਰ ਯੂਕੇ ਵਰਗੀ ਆਪਸ਼ਨ ਲੱਭਣੀ ਵੀ ਕਈਆਂ ਨੂੰ ਔਖੀ ਹੋ ਜੂਗੀ। ਯੂਕੇ ਜੇ ਕੈਨੇਡਾ ਰਿਫਿਊਜ਼ਡ ਕੋਈ ਬੱਚਾ ਮਨ ਬਣਾ ਲੈਂਦਾ ਕਿ ਠੀਕ ਹੈ ਮੇਰਾ ਬਹੁਤ ਬੱਚੇ ਬਣਾ ਰਹੇ ਨੇ, ਬਹੁਤ ਤੋਂ ਬਾਅਦ ਵੀ ਨਹੀਂ ਹੋ ਰਿਹਾ, ਤਾਂ ਯੂਕੇ ਤੋਂ ਕੀ ਐਕਸਪੈਕਟੇਸ਼ਨ ਉਹ ਲੈ ਕੇ ਜਾਵੇ ਪੜ੍ਹਾਈ ਦੀਆਂ, ਜੌਬ ਦੀਆਂ, ਫਿਊਚਰ ਦੀਆਂ? ਓਕੇ, ਦੇਖੋ ਪੜ੍ਹਾਈ ਦੀ ਜਿਹੜੀ ਐਕਸਪੈਕਟੇਸ਼ਨਸ ਆ ਜਾਂ ਫਿਊਚਰ ਦੀ ਐਕਸਪੈਕਟੇਸ਼ਨ ਆ, ਉਹ ਤਾਂ ਮੈਂ ਇੰਨਾ ਸਿੰਪਲੀ ਕਹੂੰਗਾ ਕਿ ਤੁਸੀਂ ਯੂਕੇ, ਕਿਉਂਕਿ ਆਪਾਂ ਸਿਰਫ ਯੂਨੀਵਰਸਿਟੀ 'ਚ ਪੜ੍ਹਨ ਜਾ ਸਕਦੇ ਹਾਂ, ਤਾਂ ਤੁਸੀਂ ਕੋਈ ਵੀ ਯੂਨੀਵਰਸਿਟੀ ਜਿਹਦੇ 'ਚ ਵੀ ਤੁਸੀਂ ਐਲੀਜੀਬਲ ਹੋ ਉਹਦਾ ਪ੍ਰੋਫਾਈਲ ਚੈੱਕ ਕਰੋ। ਆਈ ਥਿੰਕ ਤੁਹਾਨੂੰ ਫਿਊਚਰ ਦੀ ਟੈਨਸ਼ਨ ਖਤਮ ਹੋ ਜੂਗੀ ਅਗਰ ਤੁਸੀਂ ਉਹ ਡਿਗਰੀ ਚੰਗੇ ਤਰੀਕੇ ਨਾਲ ਕੰਪਲੀਟ ਕਰ ਗਏ। ਸੋ ਉਹ ਤੁਹਾਨੂੰ ਨਿਸ਼ਚਿੰਤ ਰਹਿਣਾ ਚਾਹੀਦਾ। ਬਾਕੀ ਰਹਿ ਗਈ ਗੱਲ ਪਾਰਟ ਟਾਈਮ ਜੌਬਸ ਨੂੰ ਲੈ ਕੇ, ਤਾਂ ਉਹਦੇ ਲਈ ਵੀ ਮੈਂ ਸਿੰਪਲ ਕਹੂੰਗਾ ਜੀ, ਮੇਰੇ ਕਹਿਣ 'ਤੇ ਜਾਓ ਹੀ ਨਹੀਂ। ਤੁਸੀਂ BBC, ਲਾਈਵ ਮਿੰਟ ਇੱਦਾਂ ਦੇ ਜਿਹੜੇ ਨਿਊਜ਼ ਪੋਰਟਲ ਨੇ ਉਹਨਾਂ ਦੀਆਂ ਨਿਊਜ਼ ਚੈੱਕ ਕਰੋ, ਔਰ ਤੁਹਾਨੂੰ ਪਤਾ ਲੱਗੂਗਾ ਕਿ ਯੂਕੇ ਇਸ ਟਾਈਮ ਤਕਰੀਬਨ 20 ਲੱਖ ਜੌਬਸ ਸ਼ਾਰਟੇਜ ਦੇ ਨਾਲ ਜੂਝ ਰਿਹਾ ਹੈ। ਮਤਲਬ ਲੋਕਾਂ ਦੀ ਸ਼ਾਰਟੇਜ ਹੈ, ਜੌਬਸ ਅਵੇਲੇਬਲ ਨੇ ਬਟ ਲੋਕ ਉਹਨਾਂ ਨੂੰ ਅਵੇਲੇਬਲ ਨਹੀਂ ਹੋ ਰਹੇ। ਸੋ ਇਹੀ ਕਿਤੇ ਨਾ ਕਿਤੇ ਕਾਰਨ ਰਿਹਾ ਕਿ ਜਿਹੜਾ ਯੂਕੇ ਦਾ ਸਕਸੈਸ ਰੇਟ ਹੈ ਉਹ ਸਤੰਬਰ 'ਚ ਇੰਨਾ ਜ਼ਬਰਦਸਤ ਰਿਹਾ, ਔਰ ਜਨਵਰੀ ਦੇ ਵਿੱਚ ਉਹਦੇ ਕੰਟੀਨਿਊ ਹੋਣ ਦੇ ਪੂਰੇ ਚਾਂਸ ਆ, ਬਿਕੋਜ਼ ਹਜੇ ਤੱਕ ਵੀ ਜਿਹੜੀਆਂ ਅਕਤੂਬਰ ਇਨਟੇਕ ਦੀਆਂ ਫਾਈਲਾਂ ਨੇ ਉਹਨਾਂ 'ਤੇ ਵੀ ਉਹੀ ਟ੍ਰੈਂਡ ਜਿਹੜਾ ਫਾਈਲਾਂ ਦਾ ਚੱਲ ਰਿਹਾ, ਔਰ ਨਵੰਬਰ ਤੱਕ, ਜਨਵਰੀ ਤੱਕ ਆਰਾਮ ਨਾਲ ਕੰਟੀਨਿਊ ਰਹੂਗਾ। ਐਸੇ ਲਈ ਹੁਣ ਅਸੀਂ ਜਿਹੜੀਆਂ ਐਪਲੀਕੇਸ਼ਨ ਵੀ ਚੱਕ ਰਹੇ ਹਾਂ, ਅਸੀਂ ਬੱਚਿਆਂ ਨੂੰ ਇੱਕ ਪੈਕੇਜ ਦੇ ਰੂਪ 'ਚ ਸਰਵਿਸ ਦੇਣ ਨੂੰ ਤਿਆਰ ਹਾਂ, ਬਿਕੋਜ਼ ਵੀ ਆਰ ਵੈਰੀ ਮੱਚ ਸ਼ੋਰ ਕਿ ਆਪਣਾ ਵੀਜ਼ਾ ਰਹਿਣਾ ਨਹੀਂਗਾ। ਸੋ ਤੁਸੀਂ ਬੇਫਿਕਰ ਹੋ ਕੇ ਅਪਲਾਈ ਕਰੋ, ਔਰ ਜਦੋਂ ਮਰਜ਼ੀ ਆ ਕੇ ਤੁਸੀਂ ਮਿਲ ਸਕਦੇ ਹੋ। ਅਮਰਜੀਤ ਜੀ, ਜਿਹੜੇ ਖਾਸ ਕਰਕੇ ਪੰਜਾਬ ਦੇ ਸਟੂਡੈਂਟ ਨੇ ਸਟੱਡੀ ਜਦੋਂ ਕਰਨ ਜਾਂਦੇ ਨੇ, ਤੁਹਾਨੂੰ ਵੀ ਪਤਾ ਕਿ PR ਵੀ ਉਹਨਾਂ ਦੇ ਦਿਮਾਗ 'ਚ ਹੁੰਦੀ ਹੈ। ਸੋ ਯੂਕੇ ਜਦੋਂ ਜਾਂਦੇ ਨੇ ਤਾਂ PR ਦਾ ਸਿਨਾਰੀਓ ਬਹੁਤ ਜ਼ਿਆਦਾ ਕੋਈ ਕਲੀਅਰ ਨਹੀਂ ਦਿਸਦਾ। ਦੇਖੋ ਇੱਦਾਂ ਕੋਈ ਗੱਲ ਨਹੀਂ ਕਿ ਕਲੀਅਰ ਨਹੀਂ ਦਿਖਦਾ। ਹਾਂ, ਲੋਕਾਂ ਨੇ ਉਹਦੇ ਬਾਰੇ ਕਦੀ ਐਕਸਪਲੋਰ ਨਹੀਂ ਕੀਤਾ, ਔਰ ਕੈਨੇਡਾ ਨੂੰ ਲੈ ਕੇ ਆਪਾਂ ਓਵਰਲੀ ਕੌਨਫੀਡੈਂਟ ਹੈ। ਸੋ ਜੋ ਸਿਨਾਰੀਓ ਕੈਨੇਡਾ 'ਚ ਹੈ ਉਹਦੇ ਨਾਲੋਂ ਸਿਰਫ 19-21 ਫਰਕ ਹੈ। 19-21 ਫਰਕ ਕੀ ਹੈ ਕਿ ਤੁਸੀਂ ਕੈਨੇਡਾ ਜਾਂਦੇ ਹੋ, ਤੁਸੀਂ ਜੌਬ ਤੁਹਾਨੂੰ ਉੱਥੇ ਵੀ ਲੱਭਣੀ ਪੈਂਦੀ ਹੈ, ਬਟ ਉਹਦਾ ਕੋਈ ਪੈਕੇਜ ਨਹੀਂ ਚਾਹੀਦਾ, ਔਰ ਤੁਸੀਂ ਆਪਣੇ PRs ਲੈ ਸਕਦੇ ਹੋ। ਉਹੀ PSW ਉੱਥੇ 3 ਸਾਲ ਦਾ ਮਿਲਦਾ ਹੈ, ਯੂਕੇ 'ਚ 2 ਸਾਲ ਦਾ ਮਿਲਦਾ ਹੈ, ਔਰ ਇੱਥੇ ਤੁਹਾਨੂੰ ਇੱਕ ਜੌਬ ਨਾਲ ਲੱਭਣੀ ਪੈਂਦੀ ਹੈ। ਬਟ ਉਹਦੇ ਅਗੇਂਸਟ ਅਗਰ ਤੁਸੀਂ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ, ਆਪਣੀ ਡਿਗਰੀ ਅੱਛੇ ਤਰੀਕੇ ਨਾਲ ਕੰਪਲੀਟ ਕਰੋਗੇ, ਤਾਂ ਜੌਬ ਤੁਹਾਡੇ ਲਈ ਕਿਸੇ ਵੀ ਸਟੇਜ 'ਤੇ ਉਹ ਚੈਲੰਜ ਨਹੀਂ ਹੋਊਗਾ। ਸਪੈਸ਼ਲੀ ਉੱਦਾਂ ਦੇ ਸਿਨਾਰੀਓ ਦੇ ਵਿੱਚ ਜਿੱਥੇ ਕਿ ਆਪਾਂ ਖਬਰਾਂ ਪੜ੍ਹ ਰਹੇ ਹਾਂ ਕਿ ਇਸ ਟਾਈਮ 20 ਲੱਖ ਦੀ ਲੇਬਰ ਸ਼ਾਰਟੇਜ ਨਾਲ ਜਿਹੜਾ ਯੂਕੇ ਆ ਜੂਝ ਰਿਹਾ। ਸੋ ਡੈਫੀਨੇਟਲੀ ਕਰੀਅਰ ਨੂੰ ਲੈ ਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਜੌਬਸ ਤੁਹਾਨੂੰ ਲੱਭਣੀਆਂ ਪੈਣਗੀਆਂ। ਇੱਕ ਕਾਬਲ
ਜਿਹੜਾ ਹੈਗਾ ਐਜੂਕੇਟਿਡ ਪਰਸਨ ਤੁਹਾਨੂੰ ਆਪਣੇ ਅੰਦਰ ਇੱਕ ਡਿਵੈਲਪ ਕਰਨਾ ਪੈਣਾ ਤਾਂ ਕਿ ਤੁਸੀਂ ਜਿਹੜੇ PR ਵਗੈਰਾ ਜੋ ਵੀ ਸੋਚਦੇ ਹੋ। ਬਾਕੀ ਇਹ ਇੱਕ ਤਰੀਕਾ ਹੈ ਜੌਬਸ ਦੇ ਨਾਲ। ਉਸ ਤੋਂ ਇਲਾਵਾ ਵੀ UK ਦੇ ਵਿੱਚ ਅਲਟਰਨੇਟਿਵ ਵੇਜ਼ ਆ। ਜਿਹੜਾ UK ਦਾ ਸਟੂਡੈਂਟ ਹੈ ਇੰਡੀਆ ਦਾ, ਉਹ UK ਦੀ ਆਰਮੀ 'ਚ ਵੀ ਜਾ ਸਕਦਾ ਹੈ। ਸੋ ਉਹਦੇ ਵਿੱਚ ਵੀ ਜਾ ਕੇ ਸੈਟਲਮੈਂਟ ਮਿਲਦੀ ਹੈ। ਸੋ ਜਿਹੜੇ ਯੰਗਸਟਰ ਨੇ, ਫਿਟ ਨੇ, ਉਹਨਾਂ ਲਈ ਇੱਕ ਆ ਵੀ ਆਪਸ਼ਨ ਹੈਗੀ ਹੈ। ਉਸ ਤੋਂ ਇਲਾਵਾ ਵੀ ਕਈ ਆਪਸ਼ਨਸ ਨੇ ਜਿਹਦੇ 'ਚ ਤੁਸੀਂ ਆਪਣਾ ਉੱਥੇ ਬਿਜ਼ਨਸ ਸਟਾਰਟ ਕਰ ਸਕਦੇ ਹੋ। ਉਸ ਕੈਟਾਗਰੀ ਦੇ ਅੰਦਰ PR ਲੈ ਸਕਦੇ ਹੋ। ਸੋ ਇੱਦਾਂ ਨਹੀਂ ਗਾ ਕਿ UK 'ਚ PR ਨਹੀਂ ਗੀ। ਇਹ ਅਫਵਾਹ ਹੈ। ਅਫਵਾਹ ਕਿੱਦਾਂ ਸ਼ੁਰੂ ਹੁੰਦੀਆਂ ਨੇ? ਕਿਉਂਕਿ ਜਦੋਂ UK ਪਹਿਲਾਂ ਚੱਲਦਾ ਸੀ ਉਹ ਡਿਪਲੋਮਿਆਂ 'ਚ ਚੱਲਦਾ ਸੀ, ਛੋਟੇ ਛੋਟੇ ਕਾਲਜਾਂ 'ਚ ਚੱਲਦਾ ਸੀ। ਉਹ ਜਦੋਂ ਕਾਲਜ ਬਸਟ ਹੋਏ, ਜਦੋਂ ਬਹੁਤ ਸਾਰੀ ਇਲੀਗਲ ਇਮੀਗ੍ਰੇਸ਼ਨ ਉਹਦੇ 'ਚ ਬਸਟ ਹੋਈ ਵੀ 4-4 ਲੱਖ 'ਚ ਇੱਥੋਂ ਬੱਚਾ ਜਾ ਰਿਹਾ ਸੀਗਾ, ਤਾਂ ਉਹ ਗਵਰਨਮੈਂਟ ਨੇ ਉਸ ਜਿਹੜਾ ਖਲਾਰਾ ਉਹਨਾਂ ਨੇ ਅੰਦਰ ਪਾਲਿਆ ਸੀ ਉਹਨੂੰ ਕਿਸੇ ਤਰ੍ਹਾਂ ਰੋਕਣਾ ਸੀਗਾ। ਜਿਹੜੇ ਲੂਪ ਹੋਲ ਦਾ ਲੋਕਾਂ ਨੇ ਫਾਇਦਾ ਲੈ ਲਿਆ ਸੀ, ਉਹਦੇ ਵਿੱਚ ਕਈਆਂ ਨੂੰ ਨੁਕਸਾਨ ਹੋਇਆ। ਔਰ ਉਹ ਵੀ ਕੋਈ ਸਿੱਧਾ ਨੁਕਸਾਨ ਨਹੀਂ ਹੋਇਆ। ਉਹਨਾਂ ਬੱਚਿਆਂ ਨੂੰ ਆਪਸ਼ਨ ਦਿੱਤੀ ਗਈ ਕਿ ਬਈ ਤੁਸੀਂ ਯੂਨੀਵਰਸਿਟੀ ਚਲੇ ਜਾਓ, ਆਪਣੀ ਐਡਮਿਸ਼ਨ ਲੈ ਲਓ ਔਰ ਆਪਣੀ ਕੰਟੀਨਿਊ ਕਰੋ ਸਿਸਟਮ ਨੂੰ। ਪਰ ਉਹ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਉਹ ਰਸਤਾ ਲਿਆ ਹੀ ਨਹੀਂ ਔਰ ਉਹਨਾਂ ਨੇ ਉਹਦੀ ਜਗ੍ਹਾ ਉੱਥੇ ਇਲੀਗਲ ਹੋਣਾ ਪਸੰਦ ਕੀਤਾ। ਤਾਂ UK ਫਿਰ ਵੀ ਮੈਂ ਕਹੂੰਗਾ ਇੱਦਾਂ ਦੀ ਕੰਟਰੀ ਹੈ ਕਿ ਉਹ ਇਲੀਗਲ ਵਾਲਿਆਂ ਨੂੰ ਵੀ ਹੁਣ ਸੈਟਲ ਕਰਨ ਜਾ ਰਹੀ ਹੈ, ਤਾਂ ਅਮੈਂਸਟੀ ਦੇਣ ਜਾ ਰਹੀ ਹੈ। ਅਗਲੇ ਸ਼ਾਇਦ ਆਈ ਥਿੰਕ ਜਿਹੜਾ ਨੈਕਸਟ ਸੈਸ਼ਨ ਹੈ ਉਹਨਾਂ ਦਾ ਪਾਰਲੀਮੈਂਟ 'ਚ ਅਨਾਊਂਸ ਹੋ ਜਾਊਗਾ। ਪਹਿਲਾਂ ਹੀ ਪ੍ਰੀ ਅਨਾਊਂਸਡ ਬੋਰਿਸ ਜੌਨਸਨ ਨੇ ਕੀਤਾ ਹੋਇਆ ਇਲੈਕਸ਼ਨ ਲੜਨ ਤੋਂ ਪਹਿਲਾਂ ਕਿ ਜਿੰਨੇ ਵੀ ਇਲੀਗਲ, ਕੋਈ ਇਹਨਾਂ ਦੇ ਅੰਦਰ 10 ਲੱਖ ਇਲੀਗਲ ਇਮੀਗ੍ਰੈਂਟ ਹੈ, ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਅਮੈਂਸਟੀ ਦੇਵਾਂਗੇ, ਇਹਨਾਂ ਨੂੰ ਲੀਗਲ ਕਰਾਂਗੇ। ਸੋ ਟਾਈਮ ਟੂ ਟਾਈਮ ਆਹ ਐਕਟੀਵਿਟੀ ਤਾਂ ਹੁੰਦੀ ਰਹਿੰਦੀ ਹੈ, ਬਟ ਇੱਦਾਂ ਨਹੀਂ ਗਾ ਕਿ PR ਦੀਆਂ ਪੋਸੀਬਿਲਿਟੀਜ਼ ਨਹੀਂ ਗੀਆਂ। ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੈ। ਅਗਰ ਬੱਚਾ ਆਪਣੀ ਪੜ੍ਹਾਈ ਖਤਮ ਕਰੂਗਾ ਤਾਂ ਸਾਰੇ ਰਸਤੇ ਅਵੇਲੇਬਲ ਹੈ। ਪੜ੍ਹਾਈ ਤੁਹਾਨੂੰ ਕੈਨੇਡਾ ਵੀ ਖਤਮ ਕਰਨੀ ਪੈਂਦੀ ਹੈ, ਪੜ੍ਹਾਈ ਤੁਹਾਨੂੰ ਆਸਟ੍ਰੇਲੀਆ ਵੀ ਖਤਮ ਕਰਨੀ ਪੈਂਦੀ ਹੈ, ਪੜ੍ਹਾਈ ਤੁਹਾਨੂੰ US ਵੀ ਖਤਮ ਕਰਨੀ ਪੈਂਦੀ ਹੈ, ਤੇ UK ਵੀ ਪੜ੍ਹਾਈ ਪੂਰੀ ਖਤਮ ਕਰਨੀ ਪਊਗੀ। ਸੋ ਅਮਰਜੀਤ ਜੀ, ਟੋਟਲ ਬਜਟ ਕਿੰਨਾ ਕੁ ਲੱਗ ਜਾਂਦਾ UK ਸਟੱਡੀ ਵੀਜ਼ਾ ਦਾ, ਤੇ ਫੰਡਸ ਕਿੰਨੇ ਕੁ ਦਿਖਾਣੇ ਹੁੰਦੇ? ਦੇਖੋ, ਇਸ ਟਾਈਮ ਬਹੁਤ ਤਰ੍ਹਾਂ ਦੇ ਬੈਨੀਫਿਟ ਚੱਲ ਰਹੇ ਆ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਆ ਜਿਹੜੀਆਂ 50% ਫੀਸ ਨਾਲ ਤੁਹਾਨੂੰ ਜਾਣ ਦਿੰਦੀਆਂ ਨੇ। ਸੋ ਉਸ ਹਿਸਾਬ ਨਾਲ ਆਪਣਾ ਜਾਣ ਲੱਗੇ ਜਿਹੜਾ ਬਜਟ ਆ ਉਹ ਬਹੁਤ ਘੱਟ ਜਾਂਦਾ। ਸੋ 5 ਤੋਂ 6 ਲੱਖ ਆਪਣੀ ਫੀਸ ਰਹਿ ਜਾਂਦੀ ਹੈ ਯੂਨੀਵਰਸਿਟੀ ਦੀ, ਜਿਹੜੀ ਆਪਾਂ ਇੱਥੋਂ ਦੇ ਕੇ ਜਾਂਦੇ ਹਾਂ। 15 ਤੋਂ 17 ਲੱਖ ਦੇ ਆਪਾਂ ਨੂੰ ਫੰਡ ਦਿਖਾਣੇ ਪੈਂਦੇ ਆ ਕਿਉਂਕਿ ਆਪਾਂ 6 ਮਹੀਨੇ ਦੀ ਫੀਸ ਦਿੱਤੀ ਹੈ। ਸੋ ਜਿਹੜੀ ਅੱਧੀ ਫੀਸ ਰਹਿ ਗਈ ਉਹ ਵੀ ਦਿਖਾਉਣੀ ਹੈ, ਪਲੱਸ ਲਿਵਿੰਗ ਕਾਸਟ ਵੀ ਦਿਖਾਉਣੀ ਹੈ। ਸੋ 16-17 ਲੱਖ ਰੁਪਏ ਦੇ ਤੁਹਾਨੂੰ ਫੰਡ ਸ਼ੋਅ ਕਰਨੇ ਆ। ਉਸ ਤੋਂ ਇਲਾਵਾ ਤੁਹਾਡੀ 50,000 ਐਮਬੈਸੀ ਫੀਸ ਹੈ ਜਿਹੜੀ ਹਰ ਇੱਕ ਦੀ ਲੱਗੂਗੀ। ਔਰ ਹੈਲਥ ਇੰਸ਼ੋਰੈਂਸ ਜਿਹੜਾ ਹੈ ਜੀ ਉਹ ਕੇਸ ਟੂ ਕੇਸ ਲੱਗਦਾ। ਸੋ ਮਾਸਟਰਸ ਵਾਲੇ ਦਾ 1 ਸਾਲ ਦਾ ਉਹਦਾ 70,000, ਗ੍ਰੈਜੂਏਸ਼ਨ ਵਾਲੇ ਦੀ ਜੇ 3 ਸਾਲ ਦੀ ਡਿਗਰੀ ਹੈ ਤਾਂ ਉਹਨੂੰ 3 ਨਾਲ ਮਲਟੀਪਲਾਈ ਕਰ ਲਓ, ਔਰ ਜੇ 4 ਸਾਲ ਦੀ ਡਿਗਰੀ ਹੈ ਉਹਨੂੰ 4 ਸਾਲ ਨਾਲ ਮਲਟੀਪਲਾਈ ਕਰ ਲਓ। ਉਹ ਇੰਸ਼ੋਰੈਂਸ ਹੈ ਜਿਹੜਾ ਤੁਹਾਡੇ ਉੱਤੇ ਲੱਗਣਾ। ਉਹ ਹੈਲਥ ਇੰਸ਼ੋਰੈਂਸ ਹਰ ਇੱਕ ਨੂੰ ਪੇ ਕਰਨਾ ਪੈਂਦਾ ਹੈ ਹਰ ਸਾਲ, ਜਿੰਨਾ ਚਿਰ ਉੱਥੇ ਬੱਚਾ ਰਹੂਗਾ। ਸੋ ਆਈ ਥਿੰਕ ਜਿਹੜਾ ਪੈਕੇਜ ਆ ਜਾਂ ਕਾਸਟ ਆ ਓਵਰਆਲ UK ਦੀ ਕਾਸਟ ਕਹੂੰਗਾ ਮੈਂ, ਪੈਕੇਜ ਨਹੀਂ ਕਹਿੰਦਾ। ਕਾਸਟ ਜਿਹੜੀ ਹੈ ਜੀ 6 ਮਹੀਨੇ ਦੀ ਫੀਸ ਦੇ ਨਾਲ +2 ਵਾਲੇ ਬੱਚੇ ਦਾ ਖਰਚਾ 11 ਕੁ ਲੱਖ ਦੇ ਆਸ-ਪਾਸ ਚਲੇ ਜਾਂਦਾ ਹੈ। ਔਰ ਮਾਸਟਰਸ ਵਾਲੇ ਬੱਚੇ ਦਾ ਤਕਰੀਬਨ ਖਰਚਾ ਜਿਹੜਾ ਉਹ 8.5 ਲੱਖ ਦੇ ਆਸ-ਪਾਸ UK ਦਾ ਹੁੰਦਾ ਹੈ। UK ਦੀਆਂ ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਨੇ, ਪਰ ਜੇ ਪੰਜਾਬ ਦੇ ਸਟੂਡੈਂਟ ਦੇ ਪ੍ਰਸਪੈਕਟਿਵ ਨਾਲ ਗੱਲ ਕਰੀਏ ਤਾਂ ਇੱਕ ਪੁਆਇੰਟ ਹੈ ਜਿਹੜੇ ਤੋਂ ਸਟੂਡੈਂਟ ਬਹੁਤ ਹੈਜ਼ੀਟੇਟ ਕਰਦੇ ਆ, ਉਹ ਹੈ ਇੰਟਰਵਿਊ। ਸੋ ਇੰਟਰਵਿਊ ਦਾ ਪ੍ਰੈਜ਼ੈਂਟ ਸਿਨਾਰੀਓ ਕੀ ਹੈ? ਇੰਟਰਵਿਊ ਦੇਣ ਤੋਂ ਤੁਸੀਂ ਖੁਦ ਦੇਖਿਆ ਹੋਣਾ ਕਿ ਸਟੂਡੈਂਟ ਝਿਜਕਦੇ ਨੇ। ਦੇਖੋ, ਇੰਟਰਵਿਊ ਇੰਨਾ ਕੋਈ ਚੈਲੰਜਿੰਗ ਸਿਨਾਰੀਓ ਨਹੀਂਗਾ। ਅਗਰ ਤੁਸੀਂ ਇੰਗਲਿਸ਼ 'ਚ ਗੱਲਬਾਤ ਕਰ ਸਕਦੇ ਹੋ, ਕਮਿਊਨੀਕੇਟ ਕਰ ਸਕਦੇ ਹੋ। ਥੋੜ੍ਹੀ ਬਹੁਤ ਕਮੀ ਵੀ ਹੈ ਅਤੇ ਉਹਦੀ ਟ੍ਰੇਨਿੰਗ ਆਈ ਥਿੰਕ ਹਰ ਕੰਸਲਟੈਂਟ ਕਰਾਉਂਦਾ ਹੈ, ਅਸੀਂ ਵੀ ਬਕਾਇਦਾ ਕਰਾਉਂਦੇ ਹਾਂ। ਸੋ ਕਰ ਸਕਦੇ ਹੋ। ਅਗਰ ਤੁਹਾਨੂੰ ਫਿਰ ਵੀ ਥੋੜ੍ਹੀ ਵੀਕਨੈਸ ਲੱਗਦੀ ਹੈ, ਤੁਸੀਂ ਆਪਣੇ ਨੀਅਰੈਸਟ ਸੈਂਟਰ ਤੋਂ ਸਪੋਕਨ ਦੀਆਂ ਕਲਾਸਿਸ ਲਗਾ ਲਓ, ਹਫਤਾ 10 ਦਿਨ 15 ਦਿਨ, ਕਿਉਂਕਿ 15 ਦਿਨ ਆਫਰ ਲੈਟਰ ਆਉਣ 'ਚ ਲੱਗਣੇ ਆ। ਉਸ ਤੋਂ ਬਾਅਦ ਇੰਟਰਵਿਊ ਹੋਣੀ ਹੈ। ਸੋ ਤੁਹਾਡੇ ਕੋਲ 20-25 ਦਿਨ ਦਾ ਸਮਾਂ ਹੁੰਦਾ ਮਹੀਨੇ ਦਾ। ਔਰ ਜੇ ਬੱਚਾ ਕੋਈ ਡੈਡੀਕੇਸ਼ਨ ਫੜ ਲੂਗਾ ਕਿ ਮੈਂ ਚੀਜ਼ ਹਾਸਲ ਕਰਨੀ ਹੈ, ਔਰ ਮੈਨੂੰ ਨਹੀਂ ਲੱਗਦਾ ਕਿ ਉਹ ਐਡੀ ਵੱਡੀ ਚੀਜ਼ ਹੈ ਵੀ ਜਿਹੜੀ ਹਾਸਲ ਨਹੀਂ ਹੋ ਸਕਦੀ ਮਿਹਨਤ ਕਰਕੇ। ਸੋ ਇੰਗਲਿਸ਼ ਹੈ, ਤੁਸੀਂ ਕਦੀ ਵੀ ਆਪਣੀ ਇੰਪਰੂਵ ਕਰ ਸਕਦੇ ਹੋ, ਕੋਈ ਮੁਸ਼ਕਲ ਨਹੀਂ ਹੈ। ਗੱਲ ਹੈ ਕਿ ਤੁਸੀਂ ਆਪਣੇ ਫਿਊਚਰ ਦੇ ਬਾਰੇ ਕੀ ਸੋਚਦੇ ਹੋ, ਉਹ ਇੰਪੋਰਟੈਂਟ ਹੈ। ਅਗਰ ਤੁਸੀਂ ਮਨ ਬਣਾ ਲਿਆ, ਤੁਸੀਂ ਇੱਕ ਜ਼ਿੱਦ ਆਪਣੇ ਆਪਣਾ ਬਣਾ ਲਈ ਹੈ ਕਿ ਮੈਂ ਜਾਣਾ ਹੈ ਔਰ ਮੇਰੀ ਆਹ ਕਮੀ ਨੂੰ ਮੈਂ ਦੂਰ ਕਰਨਾ ਹੈ, ਤੇ ਇੰਟਰਵਿਊ ਤਾਂ ਕੋਈ ਵੱਡੀ ਚੀਜ਼ ਨਹੀਂ ਕਿ ਜਿਹਨੂੰ ਕਲੀਅਰ ਕਰਨਾ। ਯੂਨੀਵਰਸਿਟੀ ਦਾ ਮਕਸਦ ਕੀ ਹੁੰਦਾ ਇੰਟਰਵਿਊ ਲੈਣ ਦਾ? ਕਿਸ ਤਰੀਕੇ ਦੇ ਉਹ ਸਵਾਲ ਪੁੱਛਦੇ ਨੇ? ਕਿ ਕੋਈ ਡਾਕੂਮੈਂਟ ਵੀ ਲੈ ਕੇ ਜਾਣੇ ਹੁੰਦੇ? ਨਹੀਂ, ਇੰਟਰਵਿਊ ਕੋਈ ਫੇਸ ਟੂ ਫੇਸ ਨਹੀਂਗਾ, ਆਨਲਾਈਨ ਹੈ। ਤੁਹਾਡੇ ਫੋਨ 'ਤੇ ਹੀ ਹੋ ਜਾਂਦਾ, ਤੁਹਾਡੇ ਘਰੇ ਹੋ ਜਾਂਦਾ। ਇੰਟਰਵਿਊ ਬੇਸਿਕਲੀ ਇਸ ਲਈ ਹੁੰਦਾ ਕਿਉਂਕਿ UK ਦੇ ਵਿੱਚ ਇੰਗਲਿਸ਼ ਨੂੰ ਚੈੱਕ ਕਰਨ ਦਾ ਕੋਈ ਸੈੱਟ ਸਿਸਟਮ ਨਹੀਂਗਾ। ਕੈਨੇਡਾ 'ਚ ਆਪਾਂ ਫਾਈਲ ਲਾਉਂਦੇ ਤਾਂ ਆਪਾਂ ਨੂੰ ਪਤਾ 6 ਚ ਚਾਹੀਦਾ, 1 ਚ 5.5 ਚੱਲੂਗਾ। ਆਸਟ੍ਰੇਲੀਆ ਲਾਉਂਦੇ ਆਪਾਂ ਨੂੰ ਪਤਾ 6 ਚ ਚਾਹੀਦਾ ਜਾਂ 1 ਚ ਜਾਂ 2 ਚ ਵੱਧ ਤੋਂ ਵੱਧ 5.5 ਚੱਲਣਗੇ। ਬਟ UK ਦੇ ਵਿੱਚ ਇੱਦਾਂ ਦਾ ਕੋਈ ਫਿਕਸ ਨਹੀਂਗਾ। ਇੱਥੇ ਵਿਦਆਊਟ ਆਈਲੈਟਸ ਵੀ ਜਾ ਸਕਦੇ ਹੋ, ਬਿਨਾਂ PT ਤੋਂ ਜਾ ਸਕਦੇ ਹੋ, ਬਿਨਾਂ ਡੁਲਿੰਗੋ ਤੋਂ ਵੀ ਜਾ ਸਕਦੇ ਹੋ, ਗ੍ਰੈਜੂਏਸ਼ਨ ਇਕੱਲੀ ਇੰਗਲਿਸ਼ ਮੀਡੀਅਮ 'ਚ ਕੀਤੀ ਹੈ ਤਾਂ ਵੀ ਜਾ ਸਕਦੇ ਹੋ, +2 ਚ ਸਿਰਫ ਇੰਗਲਿਸ਼ 'ਚ 60% ਹੈ ਤਾਂ ਵੀ ਜਾ ਸਕਦੇ ਹੋ। ਸੋ ਮਤਲਬ ਕਈ ਤਰ੍ਹਾਂ ਦੀਆਂ ਆਪਸ਼ਨ ਹੈ। ਜਦੋਂ ਇਹ ਆਪਸ਼ਨ ਕਈ ਤਰ੍ਹਾਂ ਦੀਆਂ ਨੇ ਤਾਂ ਉਹਦੇ ਵਿੱਚ ਯੂਨੀਵਰਸਿਟੀਜ਼ ਨੇ ਮੇਕ ਸ਼ੋਰ ਕਰਨਾ ਕਿ ਤੁਹਾਨੂੰ ਇੰਗਲਿਸ਼ ਆਉਂਦੀ ਹੈ।
ਸੋ ਜਦੋਂ ਤੁਸੀਂ ਉਸ ਕੇਸ 'ਚ ਹੁੰਦੇ ਹੋ ਤਾਂ ਉੱਥੇ ਫਿਰ ਤੁਹਾਨੂੰ ਹਰ ਯੂਨੀਵਰਸਿਟੀ ਨੇ ਇੰਟਰਵਿਊ ਲੈਣੀ ਹੈ, ਕਿਉਂਕਿ ਅੰਬੈਸੀ ਵੱਲੋਂ ਤੁਹਾਡੇ ਤੇ ਨਹੀਂ ਯੂਨੀਵਰਸਿਟੀ ਦੇ ਉੱਤੇ ਸਖਤਾਈ ਹੈ ਕਿ ਬਈ ਅਗਰ ਤੇਰੇ ਬੱਚੇ ਕੋਈ ਇੱਦਾਂ ਦੇ ਆਏ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਕੱਲ੍ਹ ਨੂੰ, ਤਾਂ ਅਸੀਂ ਤੁਹਾਨੂੰ ਦੁਬਾਰਾ ਇੰਟਰਨੈਸ਼ਨਲ ਸਟੂਡੈਂਟ ਨਹੀਂ ਲੈਣ ਦੇਣਾ। ਸੋ ਤਾਂ ਕਰਕੇ ਯੂਨੀਵਰਸਿਟੀਜ਼ ਮੇਕ ਸ਼ੋਰ ਕਰਦੀਆਂ ਨੇ, ਬੱਚੇ ਦੀ ਇੱਕ ਇੰਟਰਵਿਊ ਲੈਂਦੀਆਂ ਨੇ ਜਿਹਨੂੰ ਰਿਕਾਰਡ ਕਰਕੇ ਉਹ ਆਪਣੇ ਕੋਲ ਰੱਖਦੀਆਂ ਨੇ, ਤਾਂ ਕਿ ਕੱਲ੍ਹ ਨੂੰ ਅੰਬੈਸੀ ਉਹਨਾਂ ਨੂੰ ਚੈਲੰਜ ਨਾ ਕਰੇ ਕਿ ਤੁਸੀਂ ਗਲਤ ਬੱਚਾ ਰਿਕਰੂਟ ਕੀਤਾ ਹੈ। ਸੋ ਜਿਹੜੀ ਇੰਟਰਵਿਊ ਹੋ ਰਹੀ ਹੈ ਐਕਚੁਅਲੀ ਉਹ ਤੁਹਾਡੇ ਫੇਵਰ 'ਚ ਹੀ ਹੋ ਰਹੀ ਹੈ, ਤੁਹਾਨੂੰ ਡਰਾਉਣ ਦੇ ਮਕਸਦ ਨਾਲ ਯੂਨੀਵਰਸਿਟੀਆਂ ਨਹੀਂ ਕਰਦੀਆਂ। ਸੋ ਇਸ ਇੰਟਰਵਿਊ 'ਚ ਜਿਹੜੇ ਸਵਾਲ ਪੁੱਛੇ ਜਾਂਦੇ ਆ, ਕੁਐਸਚਨ ਪੁੱਛੇ ਜਾਂਦੇ ਆ, ਆਈ ਥਿੰਕ ਉਹ ਹਰ ਕੰਸਲਟੈਂਟ ਕੋਲ ਆ, ਸਾਡੇ ਕੋਲ ਵੀ ਪਏ ਆ, ਜਿੰਨੇ ਬੱਚਿਆਂ ਕੋਲ ਪੁੱਛੇ 40 ਤੋਂ 50 ਕੁਐਸਚਨ ਦੇ ਆਸ-ਪਾਸ ਹੀ ਦੁਨੀਆ ਘੁੰਮਦੀ ਹੈ। ਸੋ 40-50 ਕੁਐਸਚਨ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਮੈਂ ਰਟਣਾ ਨਹੀਂ ਕਹਿ ਰਿਹਾ, ਧਿਆਨ ਨਾਲ ਸੁਣੋ, ਉਹਨੂੰ ਸਮਝ ਲਓ। ਜ਼ਿਆਦਾਤਰ ਏਜੰਟ ਤੁਹਾਨੂੰ ਕਈ ਰਟਾਉਂਦੇ ਨੇ, ਰਟਿਆ ਹੋਇਆ ਕਦੀ ਯਾਦ ਨਹੀਂ ਰਹਿੰਦਾ, ਬੱਚੇ ਨੂੰ ਮੌਕੇ 'ਤੇ ਭੁੱਲ ਜਾਂਦਾ, ਬੱਚਾ ਘਬਰਾ ਜਾਂਦਾ। ਅਸੀਂ ਰਟਾਉਂਦੇ ਨਹੀਂ, ਅਸੀਂ ਬੱਚੇ ਨੂੰ ਸਮਝਾਉਂਦੇ ਹਾਂ, ਬੱਚੇ ਨੂੰ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਹੈ ਜਾਂ ਉਹਨੂੰ ਸਿਖਾਉਂਦੇ ਆ, ਔਰ ਉਸ ਤੋਂ ਬਾਅਦ ਜਦੋਂ ਆਪਣੇ ਸ਼ਬਦਾਂ 'ਚ ਗੱਲ ਨੂੰ ਐਕਸਪ੍ਰੈਸ ਕਰੂਗਾ ਤੇ ਉਹ ਰੁਕੂਗਾ ਨਹੀਂ, ਉਹ ਫਲੋਲੈਸ ਚੱਲੂਗਾ। ਔਰ ਜਦੋਂ ਕਿਤਾਬ 'ਚੋਂ 40 ਕੁਐਸਚਨਾਂ ਦੀਆਂ 4-4 ਲਾਈਨਾਂ ਵੀ ਯਾਦ ਕੀਤੀਆਂ ਤੇ 160 ਲਾਈਨਾਂ ਉਹਨੂੰ ਕਿਤੇ ਵੀ ਭੁੱਲ ਜਾਣਗੀਆਂ, ਲੇਕਿਨ ਜਿਹੜਾ ਆਪਣੇ ਆਪ ਉਹਨੇ ਆਨਸਰ ਬਣਾਏ ਹੋਣਗੇ ਔਰ ਸਹੀ ਬਣਾਏ ਹੋਣਗੇ ਤਾਂ ਉਹ ਉਹਨੂੰ ਭੁੱਲਣਗੇ ਨਹੀਂ। ਸੋ ਹਰੇਕ ਦੀ ਇੰਟਰਵਿਊ ਲੈਂਦੀ ਕੀ ਯੂਨੀਵਰਸਿਟੀ? ਦੇਖੋ, ਬਹੁਤ ਘੱਟ ਯੂਨੀਵਰਸਿਟੀਜ਼ ਆ ਜਿਹੜੀਆਂ ਇੰਟਰਵਿਊ ਨਹੀਂ ਲੈਂਦੀਆਂ, ਔਰ ਉਹ ਜ਼ਿਆਦਾਤਰ ਨਹੀਂ ਲੈਂਦੀਆਂ ਤਾਂ ਉਹ ਮਾਸਟਰਸ ਵਾਲੇ ਸਟੂਡੈਂਟ ਹੁੰਦੇ ਆ। ਉਹਨਾਂ ਨੇ ਕੋਈ ਨਾ ਕੋਈ ਇੰਗਲਿਸ਼ ਦਾ ਐਗਜ਼ਾਮ ਕਲੀਅਰ ਕੀਤਾ ਹੁੰਦਾ, ਜਾਂ ਉਹਨਾਂ ਦਾ +2 ਦਾ ਇੰਗਲਿਸ਼ ਦਾ ਸਕੋਰ 80% ਹੈ, ਤਾਂ ਉੱਦਾਂ ਦੇ ਕੇਸ 'ਚ ਆਪਾਂ ਨੂੰ ਐਕਸੈਪਸ਼ਨ ਮਿਲ ਜਾਂਦੀ ਹੈ। ਜਿੱਦਾਂ ਕੁਝ ਯੂਨੀਵਰਸਿਟੀ ਨੇ, ਜੇ ਤੁਹਾਡੇ ਕੋਲ ਡੁਲਿੰਗੋ ਹੈਗਾ ਤਾਂ ਉਹ ਤੁਹਾਡੀਆਂ ਇੰਟਰਵਿਊ ਨਹੀਂ ਲੈਂਦੀਆਂ, ਜੇ ਤੁਹਾਡੇ ਕੋਲ ਇੰਗਲਿਸ਼ 'ਚ 80% ਹੈ +2 ਦੇ ਤਾਂ ਵੀ ਤੁਹਾਡੀ ਇੰਟਰਵਿਊ ਨਹੀਂ ਲੈਂਦੀਆਂ। ਲੇਕਿਨ ਇਹ ਕੇਸ ਜ਼ਿਆਦਾਤਰ ਗ੍ਰੈਜੂਏਟ ਬੱਚਿਆਂ ਨਾਲ ਹੈ। +2 ਵਾਲੇ ਸਟੂਡੈਂਟਸ ਨੂੰ ਆਲਮੋਸਟ ਉਸ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨੀ ਪਊਗੀ, ਉਹਨੂੰ ਉਹਦੇ ਥਰੂ ਹੀ ਜ਼ਿਆਦੀਆਂ ਆਪਸ਼ਨਸ ਮਿਲਣਗੀਆਂ। ਸੋ ਅੰਬੈਸੀ ਵੀ ਇੰਟਰਵਿਊ ਲੈਂਦੀ, ਉਹ ਕਿੰਨੇ ਕੁ % ਹੁੰਦੀ ਹੈ? ਉਹ ਬਹੁਤ ਘੱਟ ਹੈ। ਅੱਜ ਉਹੀ ਤਾਂ ਮੈਂ ਕਹਿ ਰਿਹਾ, ਸਕਸੈਸ ਰੇਟ ਉੱਥੋਂ ਹੀ ਤਾਂ ਨਿਕਲਿਆ, ਕਿਉਂਕਿ ਜਿਹੜਾ ਸਪਟੈਂਬਰ ਦੇ ਵਿੱਚ ਸੀ, ਸਾਨੂੰ ਸ਼ੁਰੂ 'ਚ ਅੰਦਾਜ਼ਾ ਸੀਗਾ ਵੀ ਘੱਟੋ ਘੱਟ 25-30% ਬੱਚਿਆਂ ਦਾ ਇੰਟਰਵਿਊ ਹੋਊਗਾ, ਬਟ ਜਿਹੜੀ ਸਾਡੀ ਹੁਣ ਤੱਕ ਦੀ ਕਨਕਲੂਜਨ ਹੈ, ਜਿਹੜੇ ਅਸੀਂ 80-90 ਵੀਜ਼ੇ ਰਿਸੀਵ ਕਰ ਲਏ, ਉਹਨਾਂ 'ਚੋਂ 10% ਤੋਂ ਘੱਟ ਬੱਚੇ ਆ ਜਿਨ੍ਹਾਂ ਦਾ ਇੰਟਰਵਿਊ ਹੋਇਆ। ਸੋ ਜਿਹੜੇ ਕੇਸਾਂ 'ਚ ਅਸੀਂ ਇੰਟਰਵਿਊ ਦੇਖਿਆ ਜ਼ਿਆਦਾਤਰ ਉਹ ਸੀ ਜਿੱਥੇ ਸਪਾਊਸ ਨੇ ਇਕੱਠੇ ਅਪਲਾਈ ਕੀਤਾ ਹੈ। ਸੋ ਇਹ ਚੀਜ਼ ਨੂੰ ਅਸੀਂ ਹਮੇਸ਼ਾ ਅਵੋਇਡ ਕਰਦੇ ਹਾਂ ਕਿ ਉਹ ਨਾ ਕਰਿਆ ਕਰੋ। ਅਸੀਂ ਇਹ ਚੀਜ਼ਾਂ ਕਿਉਂ ਕੀਤੀਆਂ? ਅਸੀਂ ਸਿਰਫ ਉਹਨਾਂ ਕੇਸਾਂ ਨਾਲ ਕਰਦੇ ਹਾਂ ਚੀਜ਼ਾਂ ਜਿੱਥੇ ਸਾਨੂੰ ਪਤਾ ਹੈ ਕਿ ਸਟੂਡੈਂਟ ਬਹੁਤ ਫਲੂਐਂਟ ਹੈ ਇੰਗਲਿਸ਼ ਦੇ ਵਿੱਚ ਔਰ ਉਹ ਇੰਟਰਵਿਊ ਨੂੰ ਫੇਸ ਕਰ ਸਕਦਾ ਹੈ। ਅਦਰਵਾਈਜ਼ ਅਗਰ ਤੁਸੀਂ ਇਕੱਠੇ ਫਾਈਲ ਲਾਉਂਦੇ ਹੋ ਤਾਂ ਇੰਟਰਵਿਊ ਦੇ ਚਾਂਸ ਜਿਹੜੇ ਆ ਜੀ ਉਹ ਤੁਹਾਡੇ 100% ਵਰਗੇ, ਔਰ ਜੇ ਇਕੱਲੇ ਲਾਉਂਦੇ ਹੋ ਤਾਂ ਫਿਰ ਕਹਿ ਲਓ ਤੁਸੀਂ ਇੱਕ ਹਿਸਾਬ ਦੇ 5% ਜਾਂ 0% ਵਰਗੇ। ਸੋ ਦੋਸਤੋ, ਆਲਮੋਸਟ 100% ਵਰਗੇ ਸਕਸੈਸ ਚਾਂਸਿਸ ਨੇ। ਤੁਸੀਂ ਖੁਦ ਵੀ ਆਪਣੇ ਲੈਵਲ ਤੇ ਜ਼ਰੂਰ ਇੱਕ ਵਾਰੀ UK ਦੀਆਂ ਪੋਸੀਬਿਲਿਟੀਜ਼ ਸਟੱਡੀ ਕਰੋ ਤੇ ਇਹਨੂੰ ਅਪਲਾਈ ਕਰਨ ਬਾਰੇ, ਆਪਣਾ ਮਨ ਬਣਾਉਣ ਬਾਰੇ ਜ਼ਰੂਰ ਸੋਚੋ। ਧੰਨਵਾਦ।